BTV देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਸੁਪਰੀਮ ਕੋਰਟ ਨੇ ਜਿਊਰੀ ਦੀ ਚੋਣ ਤੋਂ ਪਹਿਲਾਂ ਮੁਕੱਦਮੇ ਦੇ ਵੇਰਵਿਆਂ ਤੇ ਪ੍ਰਕਾਸ਼ਿਤ ਪਾਬੰਦੀ ਨੂੰ ਰੱਖਿਆ ਬਰਕਰਾਰ। ਥੈਂਕਸਗਿਵਿੰਗ ਨੂੰ ਲੈ ਕੇ ਸਟੈਟਸ ਕੈਨੇਡਾ ਦੀ ਰਿਪੋਰਟ, ਕੈਨੇਡੀਅਨ ਇਸ ਸਾਲ ਥੈਂਕਸਗਿਵਿੰਗ ਡਿਨਰ ਤੇ ਜ਼ਿਆਦਾ ਖਰਚ ਕਰਨਗੇ। ਕੈਲਗਰੀ ਦੇ ਪੱਛਮ ਵਿੱਚ ਰੋਕੀਜ਼ ਵਿੱਚ ਅਚਨਚੇਤ ਮੁਠਭੇੜ ਤੋਂ ਬਾਅਦ ਬੇਅਰ ਨੂੰ ਲੈ ਕੇ ਚੇਤਾਵਨੀਆਂ ਜਾਰੀ। ਸੀਰੀਆ ਦੀ ਮਿਲਟਰੀ ਅਕੈਡਮੀ ਤੇ ਹੋਇਆ ਡਰੋਨ ਹਮਲਾ, ਸੈਂਕੜੇ ਲੋਕਾਂ ਦੀ ਮੌਤ, ਕਈ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਸਰਵ ਉੱਚ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਮੀਡੀਆ ਕਿਸੇ ਅਪਰਾਧਿਕ ਮੁਕੱਦਮੇ ਦੇ ਭਾਗਾਂ ਨੂੰ ਪ੍ਰਕਾਸ਼ਿਤ ਨਹੀਂ ਕਰ ਸਕਦਾ ਜੋ ਜਿਊਰੀ ਦੇ ਗਠਨ ਤੋਂ ਪਹਿਲਾਂ ਹੁੰਦਾ ਹੈ। ਲੰਘੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਬਸੰਮਤੀ ਨਾਲ ਫੈਸਲੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲਿਆਂ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ਕਿਹਾ ਗਿਆ ਕਿ ਮੁਕੱਦਮੇ ਦੇ ਵੇਰਵਿਆਂ ਨੂੰ ਉਦੋਂ ਤੱਕ ਜਨਤਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਜਿਊਰੀ ਵਿਚਾਰ ਵਟਾਂਦਰਾ ਸ਼ੁਰੂ ਨਹੀਂ ਕਰਦੇ ਜਾਂ ਖਾਰਜ ਨਹੀਂ ਕਰ ਦਿੰਦੇ। ਮੁੱਦੇ ਤੇ ਦੋ ਕੇਸ ਸਨ ਜਿਨ੍ਹਾਂ ਵਿੱਚ ਜੱਜਾਂ ਨੇ ਜਿਊਰੀ ਨੂੰ ਸਜ਼ਾ ਤੋਂ ਪਹਿਲਾਂ ਹੋਣ ਵਾਲੀਆਂ ਕਾਰਵਾਈਆਂ ਤੇ ਪ੍ਰਕਾਸ਼ਨ ਪਾਬੰਦੀ ਲਗਾ ਦਿੱਤੀ ਸੀ, ਜਿਸ ਨਾਲ ਮੀਡੀਆ ਕੰਪਨੀਆਂ ਨੇ ਉਹਨਾਂ ਪਾਬੰਦੀਆਂ ਨੂੰ ਸਿੱਧੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ। ਜਾਣਕਾਰੀ ਮੁਤਾਬਕ ਇੱਕ ਕੇਸ ਦੀ ਸੁਣਵਾਈ ਕਿਊਬੈਕ ਵਿੱਚ ਹੋਈ ਸੀ, ਜਿਸ ਵਿੱਚ ਸ਼ਾਮਲ ਫ੍ਰੈਡਰਿਕ ਸਿਲਵਾ, ਇੱਕ ਹਿਟਮੈਨ ਜੋ ਬਾਅਦ ਵਿੱਚ ਪੁਲਿਸ ਦਾ ਖਬਰੀ ਬਣ ਗਿਆ ਸੀ। ਉਸ ਤੇ 4 ਕਤਲ ਦੇ ਅਤੇ ਇੱਕ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਸੀ। ਦੂਜੇ ਕੇਸ ਵਿੱਚ ਏਡਨ ਕੋਬਨ ਸ਼ਾਮਲ ਹੈ, ਜੋ ਕਿ ਇੱਕ ਡੱਚ ਵਿਅਕਤੀ ਹੈ ਜਿਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਬਾਲ ਅਸ਼ਲੀਲਤਾ, ਜਬਰੀ ਵਸੂਲੀ, ਬੱਚਿਆਂ ਨੂੰ ਲੁਭਾਉਣ ਅਤੇ ਪਰੇਸ਼ਾਨ ਕਰਨ ਨਾਲ ਸੰਬੰਧਿਤ ਕਈ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਅਮੈਂਡਾ ਟੋਡ, ਜੋ ਕਿ ਟੀਨੇਜਰ ਸੀ, ਉਸਨੇ ਸਾਲ 2012 ਵਿੱਚ ਖੁਦਕੁਸ਼ੀ ਕਰ ਲਈ ਸੀ। ਜੱਜਾਂ ਦੇ ਸਰਬਸੰਮਤੀ ਵਾਲੇ ਪੈਨਲ ਲਈ ਲਿਖਦੇ ਹੋਏ ਚੀਫ ਜਸਟਿਸ ਰਿਚਰਡ ਵੈਗਨਰ ਦਾ ਕਹਿਣਾ ਹੈ ਕਿ ਜਿੱਥੇ ਮੀਡੀਆ ਨਿਆਂ ਪ੍ਰਣਾਲੀ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਉੱਥੇ ਹੀ ਪ੍ਰਕਾਸ਼ਨ ਪਾਬੰਦੀ ਦੋਸ਼ੀ ਦੇ ਨਿਰਪੱਖ ਮੁਕੱਦਮੇ ਦੇ ਅਧਿਕਾਰ ਦੀ ਰੱਖਿਆ ਕਰਦੀ ਹੈ। ਭੋਜਨ ਦੀ ਉੱਚ ਮਹਿੰਗਾਈ ਦੇ 1 ਸਾਲ ਤੋਂ ਵੱਧ ਦੇ ਬਾਅਦ ਇਸ ਹਫ਼ਤੇ ਦੇ ਅੰਤ ਵਿੱਚ ਥੈਂਕਸਗਿਵਿੰਗ ਡਿਨਰ ਵਿੱਚ ਇਕੱਠੇ ਹੋਣ ਵਾਲੇ ਪਰਿਵਾਰ ਆਪਣੀ ਕਰਿਆਨੇ ਦੀ ਖਰੀਦਦਾਰੀ ਤੋਂ ਬਾਅਦ ਥੋੜਾ ਜਿਹਾ ਝਟਕਾ ਮਹਿਸੂਸ ਕਰ ਸਕਦੇ ਹਨ। ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਮਹੀਨੇ ਰਿਪੋਰਟ ਕੀਤੀ ਸੀ ਕਿ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਅਗਸਤ ਵਿੱਚ 6.9% ਵਧੀਆਂ, ਜੋ ਕਿ ਜੁਲਾਈ ਵਿੱਚ 8.5% ਦੇ ਵਾਧੇ ਤੋਂ ਘੱਟ ਹਨ, ਪਰ ਫਿਰ ਵੀ ਮਹੀਨੇ ਦੀ ਮੁੱਖ ਮਹਿੰਗਾਈ ਦਰ 4% ਤੋਂ ਉੱਪਰ ਹੈ। ਰਿਟੇਲ ਵਿਸ਼ਲੇਸ਼ਕ ਬਰੂਸ ਵਾਈਂਡਰ ਨੇ ਕਿਹਾ, ਕੀਮਤਾਂ ਘੱਟ ਨਹੀਂ ਹੋਈਆਂ ਹਨ, ਇਸ ਲਈ ਤੁਸੀਂ ਚੀਜ਼ਾਂ ਤੇ ਕਾਫੀ ਵੱਡਾ ਝਟਕਾ ਦੇਖਣਾ ਜਾਰੀ ਰੱਖੋਗੇ ਅਤੇ ਇਹ ਖਪਤਕਾਰਾਂ ਨੂੰ ਰਵਾਇਤੀ ਥੈਂਕਸਗਿਵਿੰਗ ਭੋਜਨ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਰਿਹਾ ਹੈ। ਵਾਈਂਡਰ ਨੇ ਕਿਹਾ ਕਿ ਕੁਝ ਲੋਕ ਵਿਕਲਪਾਂ ਨੂੰ ਵੇਖਣ ਜਾ ਰਹੇ ਹਨ ਕਿ ਕੀ ਕੋਈ ਸਸਤਾ ਵਿਕਲਪ ਹੈ ਜਿਸ ਦੀ ਵਰਤੋਂ ਤੁਸੀਂ ਟਰਕੀ ਦੀ ਬਜਾਏ ਪਕਾਉਣ ਲਈ ਕਰ ਸਕਦੇ ਹੋ, ਜਾਂ ਕਿ ਤੁਸੀਂ ਸ਼ਾਇਦ ਵੱਡੇ ਪਰਿਵਾਰ ਨੂੰ ਥੋੜਾ ਹੋਰ ਇਕੱਠਾ ਕਰਨ ਤੋਂ ਰੋਕਦੇ ਹੋ, ਕਿ ਤੁਸੀਂ ਜ਼ਿਆਦਾ ਬਣਾਉਂਦੇ ਹੋ ਅਤੇ ਸਟੋਰਾਂ ਤੋਂ ਘੱਟ ਖਰੀਦਦੇ ਹੋ। ਐਗਰੀ ਫੂਡ ਐਨਾਲਿਟਿਕਸ ਲੈਬ ਦੇ ਅਨੁਸਾਰ ਪਿਛਲੇ ਸਾਲ 1 ਕਿਲੋਗ੍ਰਾਮ ਤਾਜ਼ੇ ਟਰਕੀ ਦੀ ਕੀਮਤ ਲਗਭਗ $6.49 ਜਾਂ ਇੱਕ 6.5 ਕਿਲੋਗ੍ਰਾਮ ਪੰਛੀ ਲਈ $42.84 ਸੀ। ਥੈਂਕਸਗਿਵਿੰਗ ਦੀ ਲੀਡ ਅਪ ਵਿੱਚ ਪ੍ਰਮੁੱਖ ਕਰਿਆਨੇ ਦੀਆਂ ਚੇਨਾਂ ਤੋਂ ਹਫ਼ਤਾਵਾਰੀ ਫਲਾਇਰਾਂ ਦਾ ਇੱਕ ਸਰਵੇਖਣ ਦਰਸਾਉਂਦਾ ਹੈ ਕਿ ਕੁਝ ਸਟੋਰਾਂ ਨੇ ਉਸੇ ਉਤਪਾਦ ਲਈ ਇੱਕ ਮਾਰਕਅਪ ਦੇਖਿਆ ਹੈ। ਮੈਟਰੋ ਵਿੱਚ ਇੱਕ ਤਾਜ਼ਾ ਟਰਕੀ ਦੀ ਕੀਮਤ $9.90 ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਸੋਬੇਸ ਵਿੱਚ ਕੀਮਤ $7.59 ਵਿੱਚ ਸੂਚੀਬੱਧ ਕੀਤੀ ਗਈ ਸੀ। ਹਾਲਾਂਕਿ ਹਫ਼ਤੇ ਲਈ ਲੋਬਲੌਸ ਫਲਾਇਰ ਨੇ ਦਿਖਾਇਆ ਕਿ 1 ਕਿਲੋਗ੍ਰਾਮ ਤਾਜ਼ੇ ਟਰਕੀ ਦੀ ਕੀਮਤ $5.49 ਸੀ। ਵਾਈਂਡਰ ਨੇ ਕਿਹਾ ਕਿ ਲੋਕ ਰਾਤ ਦੇ ਖਾਣੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਰਹੇ ਹਨ। ਇਹ ਬਹੁਤ ਸਖਤ ਹੈ। ਗੈਸ ਅਤੇ ਰਿਹਾਇਸ਼ ਦੀਆਂ ਕੀਮਤਾਂ ਉੱਚੀਆਂ ਰਹਿਣ ਦੇ ਨਾਲ ਬਹੁਤ ਸਾਰੇ ਖਪਤਕਾਰ ਪਹਿਲਾਂ ਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਪਰ ਉਹ ਰਚਨਾਤਮਕ ਤਰੀਕੇ ਦੀ ਭਾਲ ਕਰਨਗੇ। ਹੋ ਸਕਦਾ ਹੈ ਕਿ ਉਹ ਇਸ ਸਾਲ ਥੋੜੀ ਹੋਰ ਪੋਟਲਕ ਚੀਜ਼ਾਂ ਕਰਨ। ਆਮ ਤੌਰ ਤੇ ਥੈਂਕਸਗਿਵਿੰਗ ਮੈਨੂ ਤੇ ਹੋਰ ਆਈਟਮਾਂ 'ਚ ਵੀ ਸਾਲ ਦਰ ਸਾਲ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ। ਬਲੈਕ ਅਤੇ ਗ੍ਰਿਜ਼ਲੀ ਬੀਅਰਸ ਨਾਲ ਕੁਝ ਹੈਰਾਨੀਜਨਕ ਮੁਲਾਕਾਤਾਂ ਤੋਂ ਬਾਅਦ ਕੈਨਾਨਾਸਕਿਸ ਕੰਟਰੀ ਵਿੱਚ ਬੀਅਰ ਦੀਆਂ ਕਈ ਚੇਤਾਵਨੀਆਂ ਲਾਗੂ ਹਨ। ਕੈਲਗਰੀ ਦੇ ਪੱਛਮ ਵੱਲ ਕੈਨੇਡੀਅਨ ਰੋਕੀਜ਼ ਦੀਆਂ ਤਲਹਟੀਆਂ ਅਤੇ ਪੂਰਬੀ ਢਲਾਨਾਂ ਤੇ 4000 ਵਰਗ ਕਿਲੋਮੀਟਰ ਖੇਤਰ ਸੂਬਾਈ ਪਾਰਕਾਂ ਅਤੇ ਮਨੋਰੰਜਨ ਖੇਤਰਾਂ ਦਾ ਬਣਿਆ ਹੋਇਆ ਹੈ। ਐਲਬਰਟਾ ਪਾਰਕਸ ਦੇ ਅਧਿਕਾਰੀਆਂ ਨੇ ਕੈਨਾਨਾਸਕਿਸ ਗੋਲਫ ਕੋਰਸ ਦੇ ਪੂਰਬ ਵਿੱਚ ਹਾਈਵੇ 40 ਤੇ ਇੱਕ ਉਸਾਰੀ ਵਾਲੀ ਥਾਂ ਤੇ ਇੱਕ ਬੀਅਰ ਦੀ ਚੇਤਾਵਨੀ, ਕੈਲਗਰੀ ਦੇ ਨੇੜੇ ਵੈਸਟ ਬ੍ਰੈਗ ਕ੍ਰੀਕ ਪ੍ਰੋਵਿੰਸ਼ੀਅਲ ਮਨੋਰੰਜਨ ਖੇਤਰ ਵਿੱਚ ਇੱਕ ਗ੍ਰਿਜ਼ਲੀ ਰਿਚ ਦੇ ਨਾਲ ਇੱਕ ਹੋਰ ਮੁਕਾਬਲੇ ਤੋਂ ਬਾਅਦ ਇੱਕ ਹੋਰ ਚੇਤਾਵਨੀ ਪ੍ਰਭਾਵੀ ਹੈ ਅਤੇ ਮੂਸ ਮਾਊਂਟੇਨ ਦੇ ਜ਼ਿਆਦਾਤਰ ਬਾਈਕਿੰਗ ਟ੍ਰੇਲ ਅਗਲੇ ਨੋਟਿਸ ਤੱਕ ਪਿਛਲੇ ਹਫ਼ਤੇ ਬੰਦ ਕਰ ਦਿੱਤੇ ਗਏ ਸਨ, ਕਿਉਂਕਿ ਇੱਕ ਬਲੈਕ ਬੀਅਰ ਇੱਕ ਲਾਸ਼ ਤੇ ਭੋਜਨ ਕਰ ਰਿਹਾ ਸੀ।
ਬੈਂਫ ਨੈਸ਼ਨਲ ਪਾਰਕ ਦਾ ਇੱਕ ਇਲਾਕਾ ਕੈਨਾਨਾਸਕਸ ਦੇ ਬਿਲਕੁਲ ਪੱਛਮ ਵਿੱਚ ਹੈ। ਪਿਛਲੇ ਹਫ਼ਤੇ ਦੇ ਅੰਤ ਵਿੱਚ ਇੱਕ ਗ੍ਰਿਜ਼ਲੀ ਬੇਅਰ ਦੁਆਰਾ 2 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਇਹ ਇਲਾਕਾ ਬੰਦ ਹੈ। ਰੈੱਡ ਡੀਅਰ ਅਤੇ ਪੈਂਥਰ ਵਾਦੀਆਂ ਨੂੰ ਸਨੋ ਕ੍ਰੀਕ ਸਿਖਰ ਤੋਂ ਪੂਰਬ ਵੱਲ ਨੈਸ਼ਨਲ ਪਾਰਕ ਦੀ ਸੀਮਾ ਅਤੇ ਉੱਤਰ ਤੋਂ ਸ਼ੈਲ ਪਾਸ ਤੱਕ ਸੁਰੱਖਿਆ ਇਹਤਿਆਤ ਵਜੋਂ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਸੀ। ਪਾਰਕਾਂ ਦੇ ਅਧਿਕਾਰੀ ਖੇਤਰਾਂ ਦਾ ਦੌਰਾ ਕਰਨ ਵਾਲੇ ਲੋਕਾਂ ਨੂੰ ਯਾਦ ਦਿਵਾਉਂਦੇ ਹਨ ਕਿ ਰਿੱਛ ਕਿਸੇ ਵੀ ਸਮੇਂ ਕਿਤੇ ਵੀ ਆ ਸਕਦੇ ਹਨ। ਮਾਹਰਾਂ ਨੇ ਇਹ ਵੀ ਨੋਟ ਕੀਤਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਰਿੱਛ ਸਰਦੀਆਂ ਅਤੇ ਹਾਈਬਰਨੇਸ਼ਨ ਤੋਂ ਪਹਿਲਾਂ ਭਾਰ ਵਧਾਉਣ ਲਈ ਤੀਬਰਤਾ ਨਾਲ ਭੋਜਨ ਕਰ ਰਹੇ ਹਨ, ਇਸ ਲਈ ਉਹ ਆਸਾਨੀ ਨਾਲ ਹੈਰਾਨ ਹੋ ਸਕਦੇ ਹਨ। ਅਧਿਕਾਰੀਆਂ ਨੇ ਸਿਫਾਰਿਸ਼ ਕੀਤੀ ਹੈ ਕਿ ਲੋਕ ਸਮੂਹਾਂ ਵਿੱਚ ਯਾਤਰਾ ਕਰਨ ਅਤੇ ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹਿਣ। ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਰੱਖੋ ਅਤੇ ਬੇਅਰ ਸਪਰੇ ਵੀ ਕੋਲ ਰੱਖੋ। ਉਹਨਾਂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਭਾਵੇਂ ਕਿ ਸੋ ਕੋਲਡ ਘੋਸ ਗਨਸ ਬਣਾਉਣ ਦੀ ਤਕਨੀਕ ਘੱਟ ਮਹਿੰਗੀ ਅਤੇ ਵਧੇਰੇ ਵਿਆਪਕ ਹੋ ਜਾਂਦੀ ਹੈ, RCMP ਇਸ ਗੱਲ ਦਾ ਰਿਕਾਰਡ ਨਹੀਂ ਰੱਖ ਰਿਹਾ ਹੈ ਕਿ ਦੇਸ਼ ਭਰ ਵਿੱਚ ਅਪਰਾਧਾਂ ਵਿੱਚ ਹਥਿਆਰਾਂ ਦੀ ਕਿੰਨੀ ਵਾਰ ਵਰਤੋਂ ਕੀਤੀ ਜਾਂਦੀ ਹੈ। ਘੋਸ ਗਨਸ ਬਿਨਾਂ ਸੀਰੀਅਲ ਨੰਬਰਾਂ ਦੇ ਹਥਿਆਰ ਹਨ ਜੋ ਵਿਅਕਤੀਗਤ ਹਿੱਸਿਆਂ ਜਾਂ 3D ਪ੍ਰਿੰਟਰਾਂ ਤੋਂ ਇਕੱਠੇ ਕੀਤੇ ਜਾਂਦੇ ਹਨ। ਉਹਨਾਂ ਨੂੰ ਬਣਾਉਣਾ ਆਸਾਨ ਅਤੇ ਟ੍ਰੇਸ ਕਰਨਾ ਔਖਾ ਹੈ ਅਤੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਕ੍ਰਾਈਮ ਸੀਨਸ ਤੇ ਘੋਸ ਗਨਸ ਕਾਫੀ ਜ਼ਿਆਦਾ ਦਿਖਾਈਆਂ ਦੇ ਰਹੀਆਂ ਹਨ। RCMP ਕੋਲ 3D ਬੰਦੂਕਾਂ, ਪ੍ਰਿੰਟਰਾਂ ਜਾਂ ਹਥਿਆਰਾਂ ਨਾਲ ਕਿੰਨੀਆਂ ਗੋਲੀਬਾਰੀ ਹੋਈਆਂ ਹਨ ਬਾਰੇ ਕੋਈ ਡਾਟਾਬੇਸ ਨਹੀਂ ਹੈ। ਫੋਰਸ ਨੇ ਇੱਕ ਈਮੇਲ ਵਿੱਚ ਕਿਹਾ ਕਿ ਉਸਨੇ ਕਈ ਮਾਮਲਿਆਂ ਵਿੱਚ ਦੋਸ਼ ਲਗਾਏ ਹਨ ਜਿਨ੍ਹਾਂ ਵਿੱਚ 3D ਬੰਦੂਕਾਂ ਜ਼ਬਤ ਕੀਤੀਆਂ ਗਈਆਂ ਸਨ, ਪਰ ਇਸ ਦੇ ਨੰਬਰ ਨਹੀਂ ਦਿੱਤੇ ਗਏ। ਈਮੇਲ ਵਿੱਚ ਲਿਖਿਆ ਗਿਆ ਕਿ ਇਹ ਮੌਜੂਦਗੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੁਝਾਨਾਂ ਨਾਲ ਮੇਲ ਖਾਂਦੀ ਹੈ ਜਿੱਥੇ ਅਪਰਾਧਿਕ ਗਤੀਵਿਧੀਆਂ ਵਿੱਚ ਨਿੱਜੀ ਤੌਰ ਤੇ ਬਣਾਏ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਵਿੱਚ ਨੋਟ ਕੀਤਾ ਕਿ 3D ਪ੍ਰਿੰਟ ਫਾਈਲਾਂ, ਅਸੌਲਟ ਰਾਈਫਲਾਂ ਸਮੇਤ ਕਈ ਤਰ੍ਹਾਂ ਦੇ ਹਥਿਆਰ ਬਣਾਉਣ ਦੇ ਸਮਰੱਥ ਹਨ। RCMP ਨੇ ਕਿਹਾ ਕਿ ਉਹ ਕੈਨੇਡਾ ਵਿੱਚ ਕਈ ਘੋਸ ਗਨਸ ਦੇ ਜ਼ਬਤ ਹੋਣ ਬਾਰੇ ਕਿਸਾਨਕ ਤੌਰ ਤੇ ਜਾਣੂ ਹਨ, ਪਰ ਉਹ ਇਸ ਬਾਰੇ ਅੰਕੜੇ ਇਕੱਠੇ ਨਹੀਂ ਕਰਦੇ ਹਨ। ਕੈਨੇਡਾ ਵਿੱਚ ਹਥਿਆਰਾਂ ਦੇ ਨਿਯੰਤਰਣ ਦੇ ਇਤਿਹਾਸ ਦਾ ਅਧਿਐਨ ਕਰਨ ਵਾਲੇ ਸੈਂਟ ਮੈਰੀ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਬਲੇਕ ਬ੍ਰਾਊਨ ਨੇ ਕਿਹਾ ਕਿ ਰਾਸ਼ਟਰੀ ਅਤੇ ਖੇਤਰੀ ਅੰਕੜੇ ਇਸ ਗੱਲ ਤੇ ਰੱਖੇ ਜਾਣੇ ਚਾਹੀਦੇ ਹਨ ਕਿ ਕਿੰਨੇ 3D ਪ੍ਰਿੰਟ ਕੀਤੇ ਹਥਿਆਰ ਜ਼ਬਤ ਕੀਤੇ ਗਏ ਹਨ ਅਤੇ ਕਿਹੜੇ ਖੇਤਰਾਂ ਤੋਂ। ਉਸਨੇ ਕਿਹਾ ਕਿ ਅੰਕੜਿਆਂ ਦੀ ਘਾਟ ਬੰਦੂਕ ਦੀ ਬਹਿਸ ਨੂੰ ਭੜਕਾਉਂਦੀ ਹੈ ਅਤੇ ਲੋਕਾਂ ਲਈ ਬੁਨਿਆਦੀ ਤੱਥਾਂ ਤੇ ਸਹਿਮਤ ਹੋਣਾ ਮੁਸ਼ਕਲ ਬਣਾਉਂਦੀ ਹੈ। ਬਲੇਕ ਬ੍ਰਾਊਨ ਨੇ ਕਿਹਾ ਕਿ ਜ਼ਿਆਦਾਤਰ ਹੈਂਡ ਗਨਾਂ ਦੇ ਨਾਲ ਜੇ ਪੁਲਿਸ ਇਸ ਤੇ ਕੰਮ ਕਰਨਾ ਚਾਹੁੰਦੀ ਹੈ ਤਾਂ ਉਹ ਆਮ ਤੌਰ ਤੇ ਉਹਨਾਂ ਦਾ ਪਤਾ ਲਗਾ ਸਕਦੇ ਹਨ, ਇੱਥੋਂ ਤੱਕ ਕਿ ਵਾਪਸ ਸੰਯੁਕਤ ਰਾਜ ਜਾਂ ਯੂਰਪ ਜਿੱਥੇ ਵੀ ਉਹ ਬਣਾਏ ਗਏ ਹਨ। ਪਰ ਇਹਨਾਂ ਘੋਸ ਗਨਸ ਨਾਲ ਉਹ ਕਈ ਵਾਰ ਹੱਥ ਬਦਲ ਸਕਦੇ ਹਨ। ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ ਕਿ ਉਹ ਕਿੱਥੋਂ ਆਏ ਹਨ। ਉਸਨੇ ਸੁਝਾਅ ਦਿੱਤਾ ਕਿ ਘੋਸ ਗਨਸ ਨਿਰਮਾਤਾ ਅਤੇ ਡਿਸਟ੍ਰੀਬਿਊਟਰਸ ਸ਼ਾਇਦ ਘੋਸ ਗਨਸ ਬਣਾਉਣ ਤੋਂ ਨਿਰਾਸ਼ ਹੋ ਜਾਣਗੇ ਜੇ ਉਹਨਾਂ ਨੂੰ ਸਖਤ ਅਪਰਾਧਿਕ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਪੁਲਿਸ ਸਾਰੇ ਲੋਕਾਂ ਨੂੰ ਇਹਨਾਂ ਬੰਦੂਕਾਂ ਬਾਰੇ ਚੇਤਾਵਨੀ ਦੇ ਰਹੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਇਸ ਸਾਲ ਦੇ ਸ਼ੁਰੂ ਵਿੱਚ ਕਿਊਬੈਕ ਆਧਾਰਿਤ ਇੱਕ ਐਂਟੀ ਗਨ ਯੂਨਿਟ ਜਿਸ ਵਿੱਚ RCMP ਮੈਂਬਰ ਸ਼ਾਮਲ ਸਨ, ਜਿਸਨੇ ਕਿਹਾ ਕਿ ਉਸਨੇ 8 ਪ੍ਰੋਵਿੰਸਾਂ ਵਿੱਚ 3D ਪ੍ਰਿੰਟਡ ਹਥਿਆਰਾਂ ਦੇ ਨਿਰਮਾਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਛਾਪਿਆਂ ਵਿੱਚ 45 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 440 ਬੰਦੂਕਾਂ ਜ਼ਬਤ ਕੀਤੀਆਂ ਹਨ। ਕਿਊਬੈਕ, ਓਨਟਾਰੀਓ, ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਸਸਕੈਚੁਅਨ ਵਿੱਚ ਇਹ ਛਾਪੇਮਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਪਿਛਲੇ ਮਹੀਨੇ ਇੱਕ ਕੋਰੋਨਰ ਦੀ ਪੁੱਛਗਿੱਛ ਵਿੱਚ ਸੁਣਿਆ ਗਿਆ ਕਿ ਅਗਸਤ 2022 ਵਿੱਚ ਮੌਂਟਰੀਅਲ ਖੇਤਰ ਵਿੱਚ ਬੇਤਰਤੀਬੇ ਢੰਗ ਨਾਲ 3 ਲੋਕਾਂ ਦੀ ਹੱਤਿਆ ਕਰਨ ਲਈ ਵਰਤੇ ਗਏ ਹਥਿਆਰ ਕਾਤਲ ਦੁਆਰਾ ਆਪ ਹੀ ਤਿਆਰ ਕੀਤੇ ਗਏ ਸੀ। ਪਿਛਲੇ ਮਹੀਨੇ ਨਿਊ ਬ੍ਰੰਸਵਿਕ ਵਿੱਚ ਵੀ RCMP ਨੇ ਲੋਕਾਂ ਨੂੰ ਘੋਸ ਗਨਸ ਦੇ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਸੀ। ਮਾਉਂਟੀਸ ਨੇ ਕਿਹਾ ਨਿੱਜੀ ਤੌਰ ਤੇ ਬਣਾਏ ਹਥਿਆਰ ਉਹਨਾਂ ਵਿਅਕਤੀਆਂ ਨੂੰ ਖਿੱਚ ਪਾਉਂਦੇ ਹਨ ਜੋ ਉਹਨਾਂ ਨੂੰ ਅਪਰਾਧਿਕ ਉਦੇਸ਼ਾਂ ਲਈ ਵਰਤਣ ਦਾ ਇਰਾਦਾ ਰੱਖਦੇ ਹਨ, ਕਿਉਂਕਿ ਅਜਿਹੇ ਹਥਿਆਰਾਂ ਦਾ ਕੋਈ ਸੀਰੀਅਲ ਨੰਬਰ ਨਹੀਂ ਹੈ ਅਤੇ ਇਹਨਾਂ ਹਥਿਆਰਾਂ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ। ਕੈਨੇਡਾ ਦੇ ਕਾਨੂੰਨੀ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਇਸ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ ਕਿ ਕਿਵੇਂ ਇੱਕ ਲਿਬਰਲ ਬਿੱਲ ਦੁਆਰਾ ਓਵਰਲੋਡ ਅਦਾਲਤੀ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਜੋ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਝ ਲੋਕਾਂ ਲਈ ਜ਼ਮਾਨਤ ਤੱਕ ਪਹੁੰਚ ਕਰਨਾ ਔਖਾ ਬਣਾ ਦੇਵੇਗਾ। ਕਾਨੂੰਨ ਦੀ ਜਾਂਚ ਕਰ ਰਹੀ ਇੱਕ ਕਮੇਟੀ ਦੇ ਸੈਨੇਟਰ ਅਗਲੇ ਹਫ਼ਤੇ ਕਾਨੂੰਨ ਦੀ ਧਾਰਾ ਨੂੰ ਧਾਰਾ ਦੁਆਰਾ ਅਤੇ ਸੋਧਾਂ ਦਾ ਸੁਝਾਅ ਦੇ ਕੇ ਆਪਣੇ ਅਧਿਐਨ ਦੇ ਅੰਤਮ ਪੜਾਅ ਵਿੱਚ ਦਾਖਲ ਹੋਣਗੇ। ਫੈਡਰਲ ਨਿਆਂ ਮੰਤਰੀ ਆਰਿਫ ਬਰਾਨੀ ਨੇ ਸੈਨੇਟ ਨੂੰ ਬਿੱਲ ਨੂੰ ਜਲਦੀ ਪਾਸ ਕਰਨ ਲਈ ਉਤਸ਼ਾਹਿਤ ਕੀਤਾ ਹੈ, ਇਹ ਕਹਿੰਦੇ ਹੋਏ ਕਿ ਸਾਰੀਆਂ ਸੂਬਾਈ ਅਤੇ ਖੇਤਰੀ ਸਰਕਾਰਾਂ ਨੇ ਉਪਾਵਾਂ ਲਈ ਜ਼ੋਰ ਦਿੱਤਾ ਹੈ ਜੋ ਕਿ ਉਹਨਾਂ ਦੀ ਜ਼ਰੂਰਤਾਂ ਨੂੰ ਰੇਖਾਂਕਿਤ ਕਰਦਾ ਹੈ। ਪੁਲਿਸ ਨੇਤਾਵਾਂ ਨੇ ਵੀ ਬਿੱਲ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਇਹ ਦੁਹਰਾਉਣ ਵਾਲੇ ਹਿੰਸਕ ਅਪਰਾਧੀਆਂ ਦੁਆਰਾ ਹਾਈ ਪ੍ਰੋਫਾਈਲ ਹੱਤਿਆਵਾਂ ਦੇ ਬਾਅਦ ਬਹੁਤ ਲੋੜੀਂਦੇ ਸੁਧਾਰ ਹਨ ਜਿਨ੍ਹਾਂ ਨੂੰ ਕੁਝ ਮਾਮਲਿਆਂ ਵਿੱਚ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ। ਪਰ ਸਿਵਲ ਸੁਸਾਇਟੀ ਸਮੂਹਾਂ ਅਤੇ ਬਲੈਕ, ਇੰਡੀਜੀਨੀਅਸ ਜਾਂ ਹੋਰ ਹਾਸ਼ੀਏ ਤੇ ਰਹਿ ਗਏ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਾਨੂੰਨੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਦੇ ਉਪਾਅ ਲਾਖਾਂ ਦੇ ਪਿੱਛੇ ਅਜਿਹੇ ਸਮੂਹਾਂ ਦੀ ਜ਼ਿਆਦਾ ਪੇਸ਼ਕਾਰੀ ਨੂੰ ਵਿਗਾੜ ਸਕਦੇ ਹਨ।
ਕੁਝ ਅਜਿਹਾ ਲਿਬਰਲਸ ਨੇ ਹੱਲ ਕਰਨ ਦਾ ਵਾਅਦਾ ਕੀਤਾ ਹੈ ਜਦੋਂ ਕਿ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਵਿੱਚ ਸਫਲ ਰਹੇ। ਇਸ ਬਿੱਲ ਦਾ ਖਰੜਾ ਉਹਨਾਂ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦਾ ਹਿੰਸਕ ਅਪਰਾਧਿਕ ਅਤੀਤ ਹੈ। ਇਹ ਉਹਨਾਂ ਦਾ ਵਿਸਤਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਨੂੰ ਰਿਵਰਸ ਔਨਸ ਪ੍ਰਾਵਧਾਨਾਂ ਵਜੋਂ ਜਾਣਿਆ ਜਾਂਦਾ ਹੈ। ਮਤਲਬ ਕਿ ਇਹ ਇੱਕ ਦੋਸ਼ੀ ਵਿਅਕਤੀ ਉੱਤੇ ਇਹ ਬਹਿਸ ਕਰਨ ਲਈ ਨਿਰਭਰ ਕਰੇਗਾ ਕਿ ਉਹਨਾਂ ਨੂੰ ਮੁਕੱਦਮੇ ਦੀ ਉਡੀਕ ਕਰਦੇ ਹੋਏ ਉਹਨਾਂ ਨੂੰ ਕਿਉਂ ਛੱਡਿਆ ਜਾਵੇ, ਨਾ ਕਿ ਕ੍ਰਾਊਨ ਪ੍ਰੋਸੀਕਿਊਟਰਾਂ ਨੂੰ ਇਹ ਦਿਖਾਉਣ ਦੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਕਿਉਂ ਰਹਿਣਾ ਚਾਹੀਦਾ ਹੈ। ਲਿਬਰਲ ਹੋਰ ਹਥਿਆਰਾਂ ਦੇ ਅਪਰਾਧਾਂ ਨੂੰ ਸ਼ਾਮਲ ਕਰਨ ਲਈ ਮੌਜੂਦਾ ਉਲਟ ਜ਼ਿੰਮੇਵਾਰ ਉਪਾਵਾਂ ਦਾ ਵਿਸਤਾਰ ਕਰਨਾ ਚਾਹੁੰਦੇ ਹਨ, ਜਿਸ ਵਿੱਚ ਹਥਿਆਰ ਚੋਰੀ ਕਰਨ ਲਈ ਤੋੜਨਾ ਅਤੇ ਦਾਖਲ ਹੋਣਾ ਸ਼ਾਮਲ ਹੈ। ਰਿਵਰਸ ਔਨਸ ਪ੍ਰਾਵਧਾਨ ਇੱਕ ਹਥਿਆਰ ਨੂੰ ਸ਼ਾਮਲ ਕਰਨ ਵਾਲੇ ਗੰਭੀਰ ਹਿੰਸਕ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਲਾਗੂ ਹੋਣਗੇ, ਜਿਸ ਵਿੱਚ ਹਥਿਆਰ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਅਰ ਸਪਰੇ ਜਾਂ ਚਾਕੂ, ਜਦੋਂ ਦੋਸ਼ੀ ਵਿਅਕਤੀ ਨੂੰ ਪਿਛਲੇ 5 ਸਾਲਾਂ ਵਿੱਚ ਇਸੇ ਤਰ੍ਹਾਂ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ। ਅਪਰਾਧਿਕ ਵਕੀਲਾਂ, ਕਾਨੂੰਨੀ ਸਹਾਇਤਾ ਸਮੂਹਾਂ ਅਤੇ ਕੁਝ ਸੈਨੇਟਰਾਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਸਹਾਇਤਾ ਸੇਵਾਵਾਂ ਅਤੇ ਸੂਬਾਈ ਅਦਾਲਤੀ ਪ੍ਰਣਾਲੀਆਂ ਦੇ ਤਣਾਅ ਬਾਰੇ ਚਿੰਤਤ ਹਨ, ਜੋ ਪਹਿਲਾਂ ਹੀ ਇਹ ਯਕੀਨੀ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਕਿ ਕੇਸਾਂ ਦੀ ਸੁਣਵਾਈ ਇੱਕ ਸਮਾਂ ਸੀਮਾ ਵਿੱਚ ਕੀਤੀ ਜਾਂਦੀ ਹੈ ਜੋ ਅਧਿਕਾਰਾਂ ਅਤੇ ਆਜ਼ਾਦੀ ਦੇ ਚਾਰਟਰ ਦੀ ਪਾਲਣਾ ਕਰਦਾ ਹੈ। ਸੀਰੀਆ ਦੀ ਇੱਕ ਮਿਲਟਰੀ ਅਕੈਡਮੀ ਤੇ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ, ਜਿਸ 'ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਸੀਰੀਆ ਦੇ ਹੋਮਸ ਸ਼ਹਿਰ ਵਿੱਚ ਸਥਿਤ ਮਿਲਟਰੀ ਕਾਲਜ ਵਿੱਚ ਹੋਇਆ। ਜਦੋਂ ਇਹ ਹਮਲਾ ਹੋਇਆ ਉਸ ਸਮੇਂ ਉੱਥੇ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਵੀਰਵਾਰ ਨੂੰ ਹੋਏ ਇਸ ਡਰੋਨ ਹਮਲੇ 'ਚ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਪਰ ਅਜੇ ਤੱਕ ਅੰਕੜਿਆਂ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਡਰੋਨ ਹਮਲੇ 'ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ। ਇੱਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਰੀਆ ਦੇ ਰੱਖਿਆ ਮੰਤਰੀ ਦੇ ਗ੍ਰੈਜੂਏਸ਼ਨ ਸਮਾਰੋਹ 'ਚੋਂ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਇੱਕ ਹਥਿਆਰਬੰਦ ਡਰੋਨ ਨੇ ਉਸ ਜਗ੍ਹਾ ਤੇ ਬੰਬਾਰੀ ਕੀਤੀ। ਬਿਆਨ ਵਿੱਚ ਕਿਸੇ ਸੰਗਠਨ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ। सीरियाई फौज ने हमले ਲਈ जाने पछाणे अंतरराष्ट्रीय बलों द्वारा समर्थन प्राप्त बागियां ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਨੂੰ ਜੰਗ ਪ੍ਰਭਾਵਿਤ ਸੀਰੀਆ 'ਚ ਵੱਡੇ ਡਰੋਨ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਸੀਰੀਆ ਦੇ ਫੌਜੀ ਟਿਕਾਣਿਆਂ ਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖੂਨੀ ਹਮਲਾ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸੀਰੀਆ ਪਿਛਲੇ 12 ਸਾਲਾਂ ਤੋਂ ਘਰੇਲੂ ਯੁੱਧ ਦੀ ਤਰਾਸਦੀ ਨਾਲ ਜੂਝ ਰਿਹਾ ਹੈ। ਸਿੰਗਾਪੁਰ 'ਚ ਕੋਰੋਨਾ ਇੱਕ ਵਾਰ ਫੇਰ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਸਿਹਤ ਮੰਤਰੀ ਓਂਗ ਯੇ ਕੁੰਗ ਨੇ ਚੇਤਾਵਨੀ ਜਾਰੀ ਕੀਤੀ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰੀ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਲੋਕ ਬਿਮਾਰ ਹੋ ਸਕਦੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਓਂਗ ਨੇ ਕਿਹਾ ਕਿ ਅੰਦਾਜ਼ਨ ਰੋਜ਼ਾਨਾ ਕੇਸ 3 ਹਫ਼ਤੇ ਪਹਿਲਾਂ 1000 ਤੋਂ ਵੱਧ ਕੇ ਪਿਛਲੇ 2 ਹਫ਼ਤਿਆਂ ਵਿੱਚ 2000 ਹੋ ਗਏ ਹਨ, ਜੋ ਚਿੰਤਾਜਨਕ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਨਾਲ ਸੰਬੰਧਿਤ ਨਵੇਂ ਮਾਮਲਿਆਂ ਵਿੱਚ ਆਮ ਤੌਰ ਤੇ 2 ਤਰ੍ਹਾਂ ਦੇ ਰੂਪ ਦੇਖਣ ਨੂੰ ਮਿਲਦੇ ਹਨ, ਜਿਸ ਵਿੱਚ EG.5 ਅਤੇ HK.3 ਹਨ। ਇਹ ਦੋਵੇਂ XBB ਓਮਿਕਰੋਨ ਦੇ ਵੇਰੀਐਂਟ ਹਨ। ਸੰਕਰਮਣ ਦੇ ਰੋਜ਼ਾਨਾ ਮਾਮਲਿਆਂ ਵਿੱਚ 75% ਮਰੀਜ਼ ਇਹਨਾਂ 2 ਰੂਪਾਂ ਤੋਂ ਸੰਕਰਮਿਤ ਹੋ ਰਹੇ ਹਨ। ਉੱਥੋਂ ਦੇ ਸਥਾਨਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਗਾਉਣ ਬਾਰੇ ਨਹੀਂ ਸੋਚ ਰਹੇ ਹਾਂ। ਸਰਕਾਰ ਦੀ ਸਮਾਜਿਕ ਪਾਬੰਦੀਆਂ ਲਾਉਣ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਇਸ ਨੂੰ ਇੱਕ ਸਥਾਨਕ ਬਿਮਾਰੀ ਮੰਨਾਂਗੇ। ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਆਪਣਾ ਬਚਾਅ ਕਿਵੇਂ ਕਰੀਏ। ਨਵਾਂ ਰੂਪ ਗੰਭੀਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਪਰ ਇਹ ਸਪਸ਼ਟ ਹੈ ਕਿ ਮੌਜੂਦਾ ਟੀਕੇ ਇਸ ਨਵੇਂ ਰੂਪ ਨਾਲ ਸੰਕਰਮਿਤ ਹੋਣ ਤੇ ਸਾਨੂੰ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਵਧੀਆ ਕੰਮ ਕਰ ਰਹੇ ਹਨ। ਓਂਗ ਨੇ ਆਪਣੀ ਗੱਲ ਨੂੰ ਦੁਹਰਾਇਆ। ਸਿੰਗਾਪੁਰ ਨੂੰ ਕੋਵਿਡ-19 ਦੇ ਵਿਰੁੱਧ ਆਪਣੇ ਪਹਿਰੇ ਨੂੰ ਘੱਟ ਕਰਨ ਦੀ ਚੇਤਾਵਨੀ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਸਾਨੂੰ ਹੋਰ ਲੋਕਾਂ ਦੇ ਬਿਮਾਰ ਪੈਣ ਦੀ ਉਮੀਦ ਕਰਨੀ ਚਾਹੀਦੀ ਹੈ ਅਤੇ ਜੇ ਅਜਿਹਾ ਹੈ ਤਾਂ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਨਾਰਵੇਈ ਨੋਬਲ ਕਮੇਟੀ ਨੇ ਈਰਾਨ ਵਿੱਚ ਔਰਤਾਂ ਦੇ ਜ਼ੁਲਮ ਵਿਰੁੱਧ ਲੜਾਈ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਦੇ ਪ੍ਰਚਾਰ ਲਈ ਨਰਗਿਸ ਮੁਹੰਮਦੀ ਨੂੰ 2023 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਇਸ ਸਾਲ ਦਾ ਸ਼ਾਂਤੀ ਪੁਰਸਕਾਰ ਉਹਨਾਂ ਲੱਖਾਂ ਲੋਕਾਂ ਨੂੰ ਵੀ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਈਰਾਨ ਦੀ ਧਾਰਮਿਕ ਸ਼ਾਸਨ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਤਕਰੇ ਅਤੇ ਜ਼ੁਲਮ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਦੁਆਰਾ ਅਪਣਾਇਆ ਗਿਆ ਮੋਟੋ ਔਰਤਾਂ ਜੀਵਨ ਆਜ਼ਾਦੀ ਨਰਗਿਸ ਮੁਹੰਮਦੀ ਦੇ ਸਮਰਪਣ ਅਤੇ ਕੰਮ ਨੂੰ ਦਰਸਾਉਂਦਾ ਹੈ। ਦੱਸ ਦਈਏ ਕਿ ਨਰਗਿਸ ਮੁਹੰਮਦੀ ਡਿਫੈਂਡਰ ਆਫ ਹਿਊਮਨ ਰਾਈਟਸ ਸੈਂਟਰ ਦੀ ਉਪ ਪ੍ਰਧਾਨ ਹੈ। ਉਸਨੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਅਤੇ ਇਸਲਾਮਿਕ ਦੇਸ਼ ਈਰਾਨ ਵਿੱਚ ਕੈਦੀਆਂ ਦੇ ਅਧਿਕਾਰਾਂ ਲਈ ਲੜਾਈ ਲੜੀ ਹੈ। ਇਸ ਦੌਰਾਨ ਉਸਨੂੰ ਕਈ ਵਾਰ ਜੇਲ੍ਹ ਵਿੱਚ ਜਾਣਾ ਪਿਆ ਹੈ। ਨਰਗਿਸ ਮੁਹੰਮਦੀ ਇੱਕ ਔਰਤ, ਮਨੁੱਖੀ ਅਧਿਕਾਰ ਵਕੀਲ ਅਤੇ ਇੱਕ ਸੁਤੰਤਰਤਾ ਸੈਨਾਨੀ ਹੈ। ਪ੍ਰਗਟਾਵੇ ਦੀ ਆਜ਼ਾਦੀ ਅਤੇ ਸੁਤੰਤਰਤਾ ਦੇ ਅਧਿਕਾਰ ਲਈ ਉਸਦੇ ਬਹਾਦਰੀ ਨਾਲ ਸੰਘਰਸ਼ ਲਈ ਉਸਨੂੰ ਭਾਰੀ ਨਿੱਜੀ ਕੀਮਤ ਚੁਕਾਉਣੀ ਪਈ ਹੈ। ਈਰਾਨ ਦੀ ਇਸਲਾਮਿਕ ਸ਼ਾਸਨ ਨੇ ਉਸਨੂੰ ਕੁੱਲ 13 ਵਾਰ ਗ੍ਰਿਫਤਾਰ ਕੀਤਾ। ਉਸਨੂੰ 5 ਵਾਰ ਦੋਸ਼ੀ ਠਹਿਰਾਇਆ ਗਿਆ ਅਤੇ ਉਸਨੂੰ ਕੁੱਲ 31 ਸਾਲ ਕੈਦ ਅਤੇ 154 ਕੋੜਿਆਂ ਦੀ ਸਜ਼ਾ ਸੁਣਾਈ।
ਦੱਸ ਦਈਏ ਕਿ ਨਰगिस ਮੁਹੰਮਦੀ ਅਜੇ ਵੀ ਜੇਲ੍ਹ 'ਚ ਹੀ ਹੈ। 1901 ਤੋਂ ਲੈ ਕੇ ਹੁਣ ਤੱਕ 104 ਨੋਬਲ ਸ਼ਾਂਤੀ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਇਹਨਾਂ ਵਿੱਚੋਂ 70 ਸ਼ਾਂਤੀ ਇਨਾਮ ਸਿਰਫ ਇੱਕ ਜੇਤੂ ਨੂੰ ਦਿੱਤੇ ਗਏ ਹਨ। ਇਤਿਹਾਸ ਵਿੱਚ ਹੁਣ ਤੱਕ 19 ਔਰਤਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਕੁੱਲ 27 ਵੱਖ-ਵੱਖ ਸੰਸਥਾਵਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਨਿਊ ਜਰਸੀ ਸੂਬੇ ਦੇ ਸ਼ਹਿਰ ਪਲੈਨਸਬਰੋ ਵਿਖੇ ਇੱਕ ਘਰ ਵਿੱਚੋਂ ਭਾਰਤੀ ਮੂਲ ਦੇ 2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਤੇਜ ਪ੍ਰਤਾਪ ਸਿੰਘ, ਸੋਨਲ ਪਰਿਹਾਰ ਅਤੇ ਉਹਨਾਂ ਦੇ 2 ਬੱਚਿਆਂ, ਇੱਕ 10 ਸਾਲਾ ਮੁੰਡੇ ਅਤੇ ਇੱਕ 6 ਸਾਲਾ ਕੁੜੀ ਵਜੋਂ ਕੀਤੀ ਗਈ ਹੈ। ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਉੱਥੇ ਹੀ ਪੁਲਿਸ ਨੇ ਇਸ ਘਟਨਾ ਸੰਬੰਧੀ ਸੂਚਨਾ ਮਿਲਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਦੇ ਮੇਅਰ ਪੀਟਰ ਕੈਂਟੂ ਨੇ ਪਲੈਨਸਬਰੋ ਸਿਟੀ ਪੁਲਿਸ ਵਿਭਾਗ ਵੱਲੋਂ ਭੇਜੇ ਇੱਕ ਕਮਿਊਨਿਟੀ ਸੰਦੇਸ਼ ਵਿੱਚ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਪਤੀ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਫਿਰ ਆਪਣੇ 2 ਛੋਟੇ ਬੱਚਿਆਂ ਦਾ ਕਤਲ ਕੀਤਾ ਹੋਵੇਗਾ। ਮ੍ਰਿਤਕ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਜੋੜਾ ਆਈਟੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਤੇਜ ਪ੍ਰਤਾਪ ਸਿੰਘ ਪਿਛਲੇ 6 ਸਾਲਾਂ ਤੋਂ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਖੇਤਰ ਵਿੱਚ ਨੇਸ ਡਿਜੀਟਲ ਇੰਜੀਨੀਅਰਿੰਗ ਲਈ ਇੱਕ ਪ੍ਰਮੁੱਖ ਇੰਜੀਨੀਅਰ ਦੇ ਵਜੋਂ ਨੌਕਰੀ ਕਰਦਾ ਸੀ। ਕਿ ਪ੍ਰਮਾਣੂ ਹਥਿਆਰਾਂ ਦੀ ਦੌੜ ਇੱਕ ਵਾਰੀ ਫਿਰ ਸ਼ੁਰੂ ਹੋ ਰਹੀ ਹੈ। ਜੇਕਰ ਦੁਨੀਆ ਦੀ 2 ਵੱਡੀਆਂ ਪ੍ਰਮਾਣੂ ਤਾਕਤਾਂ ਦੇ ਇੱਕੋ ਦਿਨ ਆਏ 2 ਬਿਆਨਾਂ ਤੇ ਨਜ਼ਰ ਮਾਰੀਏ ਤਾਂ ਕੁਝ ਅਜਿਹਾ ਹੀ ਲੱਗਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਹਨਾਂ ਦੇ ਦੇਸ਼ ਨੇ ਇੱਕ ਪ੍ਰਯੋਗ ਅਧੀਨ ਪ੍ਰਮਾਣੂ ਕਰੂਜ਼ ਮਿਜ਼ਾਈਲ ਦਾ ਸਫਲ ਤਜਰਬਾ ਕੀਤਾ ਹੈ ਅਤੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਦੇਸ਼ ਦੀ ਸੰਸਦ ਪ੍ਰਮਾਣੂ ਤਜਰਬਿਆਂ ਤੇ ਪਾਬੰਦੀ ਲਾਉਣ ਵਾਲੇ ਕਰਾਰ ਨੂੰ ਰੱਦ ਕਰ ਸਕਦੀ ਹੈ। ਉਧਰ ਅਮਰੀਕਾ ਨੇ ਵੀ ਬੀਤੇ ਦਿਨ ਐਲਾਨ ਕੀਤਾ ਹੈ ਕਿ ਉਸਦੇ ਦੇਸ਼ 'ਚ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ਅਤੇ ਇਹ ਹਥਿਆਰ ਕਈ ਸਾਲ ਪੁਰਾਣੇ ਹਨ। ਇਸ ਲਈ ਹੁਣ ਅਗਲੇ ਸਾਲ ਨੇਵਾਦਾ ਦੇ ਰੇਗਿਸਤਾਨ 'ਚ ਇਹ ਪਤਾ ਕਰਨ ਲਈ ਇਹਨਾਂ ਦਾ ਤਜਰਬਾ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਜ਼ਰੂਰਤ ਪੈਣ ਤੇ ਇਹ ਕੰਮ ਆਉਣਗੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹਨਾਂ ਹਥਿਆਰਾਂ ਦੇ ਜ਼ਮੀਨ ਦੋਸਤ ਤਜਰਬੇ ਨਾਲ ਕੋਈ ਵੀ ਭਿਆਨਕ ਅਣਹੋਣੀ ਹੋਣ ਦਾ ਖਤਰਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਨੀਤੀ ਮਾਹਰਾਂ ਦੇ ਮੰਚ ਤੇ ਆਪਣੇ ਸੰਬੋਧਨ 'ਚ ਪੁਤਿਨ ਨੇ ਐਲਾਨ ਕੀਤਾ ਸੀ ਕਿ ਰੂਸ ਨੇ ਬੁਰੇਵਿਸਤਨਿਕ ਕਰੂਜ਼ ਮਿਜ਼ਾਈਲ ਅਤੇ ਸਰਮਾਤ ਭਾਰੀ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾ ਨਿਰਮਾਣ ਕਾਰਜ ਅਸਰਦਾਰ ਤਰੀਕੇ ਨਾਲ ਪੂਰਾ ਕੀਤਾ ਹੈ ਅਤੇ ਇਹਨਾਂ ਦਾ ਉਤਪਾਦਨ ਕਰੇਗਾ। ਉਹਨਾਂ ਨੇ ਬਗੈਰ ਕਿਸੇ ਵਿਸਤ੍ਰਿਤ ਜਾਣਕਾਰੀ ਦਿੱਤੇ ਕਿਹਾ, ਅਸੀਂ ਬੁਰੇਵਿਸਤਨਿਕ ਪਰਮਾਣੂ ਕੌਮਾਂਤਰੀ ਰੇਂਜ ਕਰੂਜ਼ ਮਿਜ਼ਾਈਲ ਦਾ ਆਖਰੀ ਸਫਲ ਤਜਰਬਾ ਕੀਤਾ। ਆਪਣੇ ਬਿਆਨ 'ਚ ਪਹਿਲੀ ਵਾਰ ਉਹਨਾਂ ਨੇ ਬੁਰੇਵਿਸਤਨਿਕ ਦੇ ਸਫਲ ਤਜਰਬੇ ਦਾ ਐਲਾਨ ਕੀਤਾ। ਬੁਰੇਵਿਸਤਨਿਕ ਦਾ ਸ਼ਾਬਦਿਕ ਅਰਥ ਤੂਫਾਨੀ ਲੜਾਕਾ ਹੈ। ਪੁਤਿਨ ਨੇ ਪਹਿਲੀ ਵਾਰ 2018 ਚ ਇਸ ਦਾ ਜ਼ਿਕਰ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ਪ੍ਰਮਾਣੂ ਹਥਿਆਰ ਜਾਂ ਰਵਾਇਤੀ ਹਥਿਆਰ ਲੈ ਕੇ ਜਾਣ 'ਚ ਸਮਰੱਥ ਹੈ ਅਤੇ ਇਹ ਸੰਭਾਵਿਤ ਰੂਪ 'ਚ ਹੋਰ ਮਿਸਾਈਲਾਂ ਮੁਕਾਬਲੇ ਵੱਧ ਸਮੇਂ ਤੱਕ ਉੱਪਰ ਰਹਿ ਸਕਦਾ ਹੈ ਅਤੇ ਪ੍ਰਮਾਣੂ ਬਾਲਣ ਕਾਰਨ ਬਹੁਤ ਵੱਧ ਦੂਰੀ ਤੈਅ ਕਰ ਸਕਦਾ ਹੈ। ਉਧਰ ਅਮਰੀਕਾ 'ਚ ਊਰਜਾ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਬਗੈਰ ਕੋਈ ਵੱਡਾ ਪ੍ਰਮਾਣੂ ਧਮਾਕਾ ਕੀਤੇ ਇਹਨਾਂ ਹਥਿਆਰਾਂ ਦਾ ਤਜਰਬਾ ਕਰਨ ਦੀ ਤਿਆਰੀ ਕਰ ਰਹੇ ਹਨ। ਕੌਮੀ ਰੱਖਿਆ ਪ੍ਰਯੋਗਸ਼ਾਲਾਵਾਂ ਦੇ ਮਾਹਰ 1992 'ਚ ਜ਼ਮੀਨ ਦੋਸਤ ਤਜਰਬੇ ਤੇ ਪਾਬੰਦੀ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਦੇ ਅਸਰਦਾਰ ਹੋਣ ਅਤੇ ਭਰੋਸੇਯੋਗ ਹੋਣ ਦੀ ਪੁਸ਼ਟੀ ਨਹੀਂ ਕਰ ਸਕੇ ਹਨ। ਇਸ ਤਜਰਬੇ ਦਾ ਮਕਸਦ ਉਹਨਾਂ ਅਹਿਮ ਸਵਾਲਾਂ ਦਾ ਜਵਾਬ ਦੇਣਾ ਹੈ ਕਿ ਕੀ ਦੇਸ਼ ਦੇ ਪੁਰਾਣੇ ਪ੍ਰਮਾਣੂ ਹਥਿਆਰ ਅਜੇ ਵੀ ਕੰਮ ਦੇ ਹਨ। ਸ਼ੀਤ ਜੰਗ ਦੌਰਾਨ ਅਸਲ 'ਚ ਪ੍ਰਮਾਣੂ ਧਮਾਕੇ ਕਰਕੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਗਿਆ ਸੀ। 1950 ਅਤੇ 1960 ਦੇ ਦਹਾਕੇ 'ਚ ਨਿਊ ਮੈਕਸੀਕੋ ਅਤੇ ਨੇਵਾਦਾ ਦੇ ਰੇਗਿਸਤਾਨ 'ਚ ਧਮਾਕੇ ਕੀਤੇ ਗਏ। ਬਾਅਦ 'ਚ ਤਜਰਬੇ ਨੂੰ ਜ਼ਮੀਨ ਦੋਜ਼ ਧਮਾਕੇ ਤੱਕ ਸੀਮਿਤ ਕਰ ਦਿੱਤਾ ਗਿਆ ਅਤੇ 1992 'ਚ ਇਹ ਬੰਦ ਵੀ ਕਰ ਦਿੱਤਾ ਗਿਆ ਸੀ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।